बिस्मिल्लाहिर्रहमानिर्रहीम अस्सलाम वालेकुम व्यूवर्स की हाल है। उम्मीद है सारे ठीक होंगे। अल्लाह ताला सारिਆਂ ਨੂੰ अपने घर खुश रखे आबाद रखे आमीन सुम्मा आमीन। जी व्यूवर्स ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਕੜਾਈ ਦੀ ਸਭ ਤੋਂ ਆਸਾਨ ਤਰੀਨ ਰੈਸਿਪੀ। ਤੁਸੀਂ ਇਹਨੂੰ ਈਦ 'ਤੇ ਬਣਾ ਕੇ ਆਪਣੀ ਜ਼ਿੰਦਗੀ ਨੂੰ ਆਸਾਨ ਕਰ ਸਕਦੇ ਹੋ। ਈਦ ਵਾਲੇ ਦਿਨ ਕਾਫੀ ਕੰਮ ਜ਼ਿਆਦਾ ਹੁੰਦੇ ਆ ਅਤੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਕੜਾਈ ਬਣਾਓਗੇ ਤਾਂ ਬਹੁਤ ਹੀ ਆਸਾਨੀ ਦੇ ਨਾਲ ਤੁਹਾਡੀ ਕੜਾਈ ਬਣ ਜਾਏਗੀ ਅਤੇ ਤੁਸੀਂ ਬਾਕੀ ਦੇ ਕੰਮ ਵੀ ਆਸਾਨੀ ਦੇ ਨਾਲ ਕਰ ਸਕੋਗੇ। ਚਲੋ ਦੇਖਦੇ ਹਾਂ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ। ਬਿਸਮਿल्लाहिर्रहमानिर्रहीम। ਸਭ ਤੋਂ ਪਹਿਲੇ ਘੀ ਲੈ ਲਿਆ ਵਾ। ਇਹ ਮੈਂ 2 ਕਿਲੋ ਬੀਫ ਦੀ ਕੜਾਈ ਬਣਾ ਰਹੀ ਹਾਂ ਅਤੇ ਉਹਦੇ ਹਿਸਾਬ ਦੇ ਨਾਲ ਮੈਂ ਤਕਰੀਬਨ 1.5 ਕੱਪ ਘੀ ਲਿਆ ਵਾ। ਪਿਘਲਿਆ ਹੋਇਆ ਘੀ ਜਿਹੜਾ ਉਹ 1.5 ਕੱਪ ਹੋਏਗਾ ਅਤੇ ਜੇ ਜੰਮਿਆ ਹੋਇਆ ਹੋਏਗਾ ਤਾਂ ਤੁਸੀਂ 1 ਕੱਪ ਹੀ ਕਾਫੀ ਹੋਏਗਾ। ਅਤੇ 2 ਮੀਡੀਅਮ ਸਾਈਜ਼ ਦੀ ਪਿਆਜ਼ ਸ਼ਾਮਿਲ ਕਰ ਦਿਆਂਗੇ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਪਿਆਜ਼ ਨੂੰ ਥੋੜ੍ਹਾ ਜਿਹਾ ਗੋਲਡਨ ਬਰਾਊਨ ਕਰ ਲਾਂਗੇ। ਬਹੁਤ ਜ਼ਿਆਦਾ ਗੋਲਡਨ ਨਹੀਂ ਕਰਨਾ, ਬਸ ਥੋੜ੍ਹਾ ਜਿਹਾ ਕਲਰ ਪਕੜ ਲਵੇ ਅਤੇ ਤੁਸੀਂ ਇਹਦੇ ਵਿੱਚ ਜਿਹੜਾ ਵਾ ਸ਼ਾਮਿਲ ਕਰ ਦੇਣਾ ਵਾ ਬੀਫ। ਤੁਸੀਂ ਇਹਨੂੰ ਮਟਨ ਦੇ ਨਾਲ ਵੀ ਸੇਮ ਇਸੇ ਤਰੀਕੇ ਦੇ ਨਾਲ ਬਣਾ ਸਕਦੇ ਹੋ। ਮਿਕਸ ਕਰਾਂਗੇ ਇਹਨੂੰ ਅੱਛੇ ਤਰੀਕੇ ਦੇ ਨਾਲ। ਦਾ ਕਲਰ ਚੇਂਜ ਹੋਣ ਤੱਕ ਨੂੰ ਆਪਾਂ ਥੋੜ੍ਹਾ ਜਿਹਾ ਇਹਦੇ ਵਿੱਚ ਇਸੇ ਤਰ੍ਹਾਂ ਇਸੇ ਘੀ ਅਤੇ ਪਿਆਜ਼ ਦੇ ਨਾਲ ਫਰਾਈ ਕਰਾਂਗੇ। ਅਤੇ ਮੇਰੇ ਕੋਲ ਤਕਰੀਬਨ 2 ਚਮਚ ਲਸਣ ਅਤੇ ਅਦਰਕ ਆ ਕੁੱਟਿਆ ਹੋਇਆ, ਇਹਨੂੰ ਸ਼ਾਮਿਲ ਕਰ ਦਿਆਂਗੇ ਇਹਦੇ ਵਿੱਚ। ਇਹ ਤੁਸੀਂ ਖਿਆਲ ਰੱਖਣਾ ਵਾ ਜਿੰਨੀ ਦੇਰ ਤੱਕ ਗੋਸ਼ਤ ਦਾ ਕਲਰ ਚੇਂਜ ਨਾ ਹੋਵੇ, ਥੋੜ੍ਹਾ ਜਿਹਾ ਉਹ ਕੁਕਿੰਗ ਵਾਲੇ ਪ੍ਰੋਸੈਸ ਵੱਲ ਨਾ ਚਲਾ ਜਾਵੇ, ਉਨੀ ਦੇਰ ਤੱਕ ਤੁਸੀਂ ਲਸਣ ਪਿਆਜ਼ ਦਾ ਜਿਹੜਾ ਪੇਸਟ ਆ ਉਹ ਸ਼ਾਮਿਲ ਨਹੀਂ ਕਰਨਾ। ਮੈਂ ਫਰੈਸ਼ ਕੁੱਟ ਕੇ ਸ਼ਾਮਿਲ ਕੀਤਾ ਸੀ ਅਤੇ ਮੇਰੇ ਕੋਲ 5 ਮੀਡੀਅਮ ਸਾਈਜ਼ ਦੇ ਟਮਾਟਰ ਸੀਗੇ, ਉਹ ਵੀ ਮੈਂ ਰਫਲੀ ਚੌਪ ਕਰ ਲਏ ਆ। ਅਤੇ ਜਦੋਂ ਲਸਣ ਅਤੇ ਅਦਰਕ ਆਪਣਾ ਅੱਛੇ ਤਰੀਕੇ ਨਾਲ ਭੁੰਨ ਹੋ ਜਾਵੇ, ਉਹਦਾ ਕੱਚਾਪਨ ਖਤਮ ਹੋ ਜਾਏ ਤਾਂ ਤੁਸੀਂ ਟਮਾਟਰ ਇਹਦੇ ਵਿੱਚ ਸ਼ਾਮਿਲ ਕਰ ਦੇਣੇ ਆ। ਅਤੇ ਹੁਣ ਇਹਨੂੰ ਤੁਸੀਂ ਲਾ ਦੇਣਾ ਵਾ ਲੀਡ। ਤਕਰੀਬਨ 2 ਤੋਂ 3 ਮਿੰਟ ਤੱਕ ਜਿਹੜੀ ਵੇਟ ਚੱਲੇਗੀ ਅਤੇ ਇਹ ਜਿਹੜਾ ਵਾ ਨਾ ਆਪਣਾ ਟਮਾਟਰ ਅੱਛੇ ਤਰੀਕੇ ਦੇ ਨਾਲ ਗਲ ਜਾਣਗੇ। ਸਿਰਫ 2 ਤੋਂ 3 ਮਿੰਟ ਵੇਟ ਲਾਣੀ ਆ ਤੁਸੀਂ, ਇਸ ਤੋਂ ਜ਼ਿਆਦਾ ਨਹੀਂ ਫਿਲਹਾਲ ਲਾਣੀ। ਅਤੇ ਕੁਝ ਥੋੜ੍ਹਾ ਬਹੁਤ ਗੋਸ਼ਤ ਵੀ ਆਪਣਾ ਗਲ ਜਾਏਗਾ ਅਤੇ ਇਹ ਜਿਹੜੇ ਆ ਟਮਾਟਰ ਉਹ ਵੀ ਅੱਛੇ ਤਰੀਕੇ ਨਾਲ ਗਲ ਜਾਣਗੇ। ਸਿਰਫ 3 ਮਿੰਟ ਵਿਸਲ ਚੱਲੀ ਆ ਅਤੇ ਮੈਂ ਇਹਨੂੰ ਬੰਦ ਕਰ ਦਿੱਤਾ ਸੀ ਫਲੇਮ ਨੂੰ। ਅਤੇ ਇਹ ਦੇਖੋ ਮਾਸ਼ਾਅੱਲਾ ਟਮਾਟਰ ਅੱਛੇ ਤਰੀਕੇ ਦੇ ਨਾਲ ਗਲ ਗਏ। ਅਤੇ ਹੁਣ ਆਪਾਂ ਬਾਕੀ ਨੈਕਸਟ ਇਹਦੇ ਵਿੱਚ ਜਿਹੜੀਆਂ ਮਸਾਲੇ ਵਗੈਰਾ ਐਡ ਕਰਨੇ ਆ ਉਹ ਐਡ ਕਰਾਂਗੇ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਰੈਸਪੀ ਜਿਹੜੀ ਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾਈ ਜਾਵੇ, ਤਾਂ ਕਿ ਜਿਹੜੇ ਬਿਗਨਰਸ ਆ, ਛੋਟੀਆਂ ਬੱਚੀਆਂ ਵਾ ਜਿਨ੍ਹਾਂ ਨੂੰ ਕੁਕਿੰਗ ਕਰਨ ਦਾ ਸ਼ੌਕ ਆ ਜਾਂ ਕਈਆਂ ਨੂੰ ਮਜਬੂਰਨ ਕੁਕਿੰਗ ਕਰਨੀ ਪੈ ਜਾਂਦੀ ਆ ਕਿ ਘਰ 'ਚ ਕੋਈ ਵੱਡਾ ਨਹੀਂ ਹੁੰਦਾ, ਅਤੇ ਉਹਨਾਂ ਵਾਸਤੇ ਆਸਾਨੀ ਹੋਵੇ। ਨਾ ਕਿ ਇਹ ਹੋਵੇ ਕਿ ਜਿਹੜੀ ਵੀ ਕੋਈ ਚੀਜ਼ ਬਣਾ ਰਹੇ ਉਹ ਖ਼ਰਾਬ ਹੋ ਜਾਵੇ। ਅਤੇ ਇਸ ਲਈ ਜ਼ਰੂਰ ਮੇਰੀ ਵੀਡੀਓਜ਼ ਨੂੰ ਲਾਈਕ ਕਰਿਆ ਕਰੋ, ਇਹਨਾਂ ਨੂੰ ਸ਼ੇਅਰ ਵੀ ਕਰਿਆ ਕਰੋ ਆਪਣੀ ਫੈਮਿਲੀ ਅਤੇ ਫਰੈਂਡਸ ਦੇ ਵਿੱਚ। ਤਕਰੀਬਨ ਅੱਧੇ ਚਮਚ ਤੋਂ ਥੋੜ੍ਹਾ ਜਿਹਾ ਕਮ ਇਹਦੇ ਵਿੱਚ ਆਪਾਂ ਹਲਦੀ ਸ਼ਾਮਿਲ ਕਰਾਂਗੇ। ਮਿਕਸ ਕਰਾਂਗੇ ਅੱਛੇ ਤਰੀਕੇ ਦੇ ਨਾਲ। ਹਰ ਮਸਾਲਾ ਪਾਉਣ ਲੱਗਿਆਂ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਉਹਨੂੰ ਮਿਕਸ ਜ਼ਰੂਰ ਕਰਿਆ ਕਰੋ, ਫਿਰ ਅਲੱਗ-ਅਲੱਗ ਹਰ ਮਸਾਲੇ ਨੂੰ ਸ਼ਾਮਿਲ ਕਰਿਆ ਕਰੋ ਅਤੇ ਜ਼ਿਆਦਾ ਅੱਛਾ ਜ਼ਬਰਦਸਤ ਟੇਸਟ ਨਿਕਲ ਕੇ ਆਉਂਦਾ ਵਾ। ਜਿਹੜੀ ਵੀ ਚੀਜ਼ ਆਪਾਂ ਬਣਾ ਰਹੇ ਹਾਂ, ਬੇਸ਼ੱਕ ਉਹ ਤੁਸੀਂ ਸਾਦਾ ਆਲੂ ਅੰਡੇ ਹੀ ਬਣਾ ਰਹੇ ਹੋ, ਅਤੇ ਬਹੁਤ ਮਜ਼ੇਦਾਰ ਟੇਸਟ ਆਉਂਦਾ ਵਾ ਜੇ ਤੁਸੀਂ ਹਰ ਮਸਾਲੇ ਨੂੰ ਅਲੱਗ-ਅਲੱਗ ਟਾਈਮ ਦਿਓਗੇ। ਅਤੇ ਸੁਰਖ ਮਿਰਚ ਸ਼ਾਮਿਲ ਕਰ ਦਿਆਂਗੇ ਇਹਦੇ ਵਿੱਚ। 2 ਕਿਲੋ ਆ ਬੀਫ ਅਤੇ ਇਹਦੇ ਵਿੱਚ 2 ਚਮਚ ਮੈਂ ਇਹਦੇ ਸੁਰਖ ਮਿਰਚ ਦੇ ਸ਼ਾਮਿਲ ਕਰ ਦਿੱਤੇ ਆ। ਤੁਹਾਡਾ ਕੜਾਈ ਦੇ ਵਾਸਤੇ ਤੁਸੀਂ ਜਿਹੜੇ ਵੀ ਚੀਜ਼ ਬਣਾ ਰਹੇ ਹੋ, ਬੀਫ ਹੈ ਮਟਨ ਹੈ, ਜਿੰਨੀ ਉਹਦੀ ਕੁਆਂਟਿਟੀ ਹੈ ਤੁਸੀਂ ਉਸੇ ਹਿਸਾਬ ਦੇ ਨਾਲ ਇਹ ਜਿਹੜੇ ਮਸਾਲੇ ਆ ਇਹਨਾਂ ਨੂੰ ਪਲੱਸ ਮਾਈਨਸ ਕਰ ਸਕਦੇ ਹੋ। ਕਮ ਹੋਵੇ ਤਾਂ ਉਸ ਹਿਸਾਬ ਨਾਲ ਤੁਸੀਂ ਕਮ ਕਰ ਲਓ ਮਸਾਲੇ, ਅਤੇ ਜੇ ਤੁਹਾਡਾ ਜ਼ਿਆਦਾ ਹੋਵੇ ਤਾਂ ਇਸ ਹਿਸਾਬ ਨਾਲ ਜ਼ਿਆਦਾ ਕਰ ਲਓ। ਮਿਰਚਾਂ ਨੂੰ ਵੀ ਅੱਛੇ ਤਰੀਕੇ ਦੇ ਨਾਲ ਮਿਕਸ ਕਰ ਦਿੱਤਾ ਵਾ। ਅਤੇ ਇਹ ਸੁੱਕਾ ਧਨੀਆ ਇਹਦੇ ਵਿੱਚ ਸ਼ਾਮਿਲ ਕਰਾਂਗੀ। ਇਹ ਵੀ ਮੋਟਾ ਦਰਦਰਾ ਜਿਹਾ ਹੀ ਮੈਂ ਇਹਨੂੰ ਕੁੱਟ ਕੇ ਰੱਖਦੀ ਹੁੰਦੀ ਹਾਂ। ਬਹੁਤ ਜ਼ਿਆਦਾ ਫਾਈਨ ਇਹਦਾ ਨਾ ਪਾਊਡਰ ਨਹੀਂ ਬਣਾਉਣਾ ਚਾਹੀਦਾ, ਇਸ ਤਰ੍ਹਾਂ ਟੇਸਟ ਸਾਰਾ ਜ਼ਿਆਦਾ ਨਿਕਲਦਾ ਵਾ। 2 ਚਮਚ ਧਨੀਏ ਦੇ ਸ਼ਾਮਿਲ ਕਰ ਦਿੱਤੇ ਅਤੇ ਅੱਧਾ ਚਮਚ ਭੁੰਨਿਆ ਕੁੱਟਿਆ ਹੋਇਆ ਜ਼ੀਰਾ ਸ਼ਾਮਿਲ ਕਰ ਦਿੱਤਾ। ਮਿਕਸ ਕਰਾਂਗੇ ਇਹਨਾਂ ਨੂੰ ਅੱਛੇ ਤਰੀਕੇ ਦੇ ਨਾਲ। ਬਹੁਤ ਹੀ ਮਜ਼ੇ ਦੀ ਖੁਸ਼ਬੂ ਆ ਰਹੀ ਹੈ, ਬਹੁਤ ਹੀ ਜ਼ਬਰਦਸਤ ਜੀ। ਕੜਾਈ ਆਪਣੀ ਤਿਆਰ ਹੋ ਰਹੀ ਹੈ। ਤੁਸੀਂ ਇਹਨੂੰ ਮਹਿਮਾਨ ਆਉਣ 'ਤੇ ਬਣਾ ਸਕਦੇ ਹੋ, ਕਿਸੇ ਵੀ ਦਾਵਤ ਵਾਸਤੇ ਬੈਸਟ ਆਪਸ਼ਨ ਹੈ। ਬਹੁਤ ਹੀ ਮਜ਼ੇ ਦੀ ਬਣਦੀ ਹੈ ਅਤੇ ਬਹੁਤ ਹੀ ਟੇਸਟੀ ਬਣਦੀ ਹੈ। ਭੁਨਾਈ ਹੋਣ ਦਾਂਗੇ ਥੋੜ੍ਹੀ ਦੇਰ ਵਾਸਤੇ।
ਅੱਛੇ ਤਰੀਕੇ ਦੇ ਨਾਲ ਇਹਦੀ ਤੁਸੀਂ ਭੁਨਾਈ ਕਰਨੀ ਆ। ਭੁਨਾਈ 'ਤੇ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਜਿੰਨਾ ਅੱਛੇ ਤਰੀਕੇ ਦੇ ਨਾਲ ਤੁਸੀਂ ਭੁੰਨ ਰਹੋਗੇ, ਜਿਹੜੀ ਵੀ ਚੀਜ਼ ਤੁਸੀਂ ਬਣਾ ਰਹੇ ਹੋ, ਬੇਸ਼ੱਕ ਕੋਈ ਦਾਲ ਆ, ਬੇਸ਼ੱਕ ਸਬਜ਼ੀ ਆ, ਜਿੰਨੀ ਅੱਛੀ ਭੁਨਾਈ ਕਰੋਗੇ ਉਨਾ ਹੀ ਜ਼ਬਰਦਸਤ ਟੇਸਟ ਆਏਗਾ। ਅਤੇ ਇਹ ਮੈਂ ਨਮਕ ਸ਼ਾਮਿਲ ਕਰ ਦਿੱਤਾ ਵਾ ਟੇਸਟ ਦੇ ਅਕੋਰਡਿੰਗ, 1 ਚਮਚ ਸ਼ਾਮਿਲ ਕੀਤਾ ਵਾ। ਤੁਸੀਂ ਆਪਣਾ ਚੈੱਕ ਕਰਕੇ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋ, ਕਿਉਂਕਿ ਨਮਕ ਮਸਾਲੇ ਇਹ ਸਾਰੀ ਹਰ ਘਰ ਦੀ ਜਿਹੜੀਆਂ ਨਾ ਅਲੱਗਾ ਹੁੰਦੇ ਆ। ਟੇਸਟ ਕੋਈ ਜ਼ਿਆਦਾ ਮਸਾਲੇ ਪਸੰਦ ਕਰਦਾ ਵਾ, ਕੋਈ ਕਮ ਪਸੰਦ ਕਰਦਾ ਵਾ। ਤੇ ਦੇਖੋ ਮਾਸ਼ਾਅੱਲਾ ਅੱਛੀ ਜੀ ਬੁਨਾਈ ਹੋ ਗਈ ਆ, ਕਿਉਂਕਿ ਇੰਨੀ ਜ਼ਬਰਦਸਤ ਜੀ ਬੁਨਾਈ ਹੋ ਗਈ ਹੈ ਇਹਦੀ। ਗੋਸ਼ਤ ਦੀ ਆਪਾਂ ਪਹਿਲੇ ਜਿਹੜਾ ਵੇਟ ਲਾਈ ਸੀ ਇਹਨੂੰ, ਅਤੇ ਥੋੜ੍ਹਾ ਜਿਹਾ ਉਦੋਂ ਦਾ ਵੀ ਡਨ ਹੋਇਆ ਵਾ ਤਕਰੀਬਨ। ਗੋਸ਼ਤ ਵੀ ਜਿਹੜਾ ਗਲਿਆ ਹੋਇਆ ਵਾ। ਅਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਸ਼ਾਮਿਲ ਕਰਾਂਗੇ। ਜੇ ਤਾਂ ਤੁਸੀਂ ਇਹਨੂੰ ਵੈਸੇ ਹੀ ਵੇਟ ਨਹੀਂ ਲਾਣੀ, ਵੈਸੇ ਹੀ ਗਲਾਉਣਾ ਵਾ, ਅਤੇ ਫਿਰ ਤੁਸੀਂ ਇਹਦੇ ਵਿੱਚ ਜਿਹੜਾ ਵਾ ਨਾ 4 ਮੱਗ ਪਾਣੀ ਦੇ ਸ਼ਾਮਿਲ ਕਰਨੇ ਆ। ਮੇਰੇ ਕੋਲ ਅੱਧਾ ਲੀਟਰ ਵਾਲਾ ਮੱਗ ਵਾ ਹੈਗਾ ਵੀ, ਯਾਨੀ ਕਿ 2 ਲੀਟਰ ਹੀ ਪਾਣੀ ਇਹਦੇ ਵਿੱਚ ਸ਼ਾਮਿਲ ਕਰ ਦਿਓ। ਅਤੇ ਆਹਿਸਤਾ ਜਿਹੜਾ ਫਲੇਮ 'ਤੇ ਨਾ ਬਿਲਕੁਲ ਸਲੋ ਫਲੇਮ 'ਤੇ ਤੁਸੀਂ ਰੱਖ ਦਿਓ। ਲੇਕਿਨ ਮੈਂ ਇਹਨੂੰ ਵੇਟ ਲਾਣੀ ਸੀ, ਇਸ ਲਈ ਮੈਂ ਇਹਦੇ ਵਿੱਚ ਤਕਰੀਬਨ 700 ml ਪਾਣੀ ਸ਼ਾਮਿਲ ਕੀਤਾ ਵਾ। 1 ਮੱਗ ਭਰ ਕੇ ਪਾਇਆ ਵਾ, ਅਤੇ ਦੂਸਰਾ ਅੱਧੇ ਤੋਂ ਵੀ ਥੋੜ੍ਹਾ ਜਿਹਾ ਕਮ ਸੀਗਾ। ਅਤੇ ਇਹ ਦੇਖੋ ਮਾਸ਼ਾਅੱਲਾ ਗੋਸ਼ਤ ਅੱਛੇ ਤਰੀਕੇ ਨਾਲ ਗਲ ਗਿਆ ਵਾ। ਟੋਟਲ ਇਹਨੂੰ 10 ਮਿੰਟ ਆਪਾਂ ਲਿਡ ਨੂੰ ਬੰਦ ਕੀਤਾ ਵਾ। 2-3 ਮਿੰਟ ਤੋਂ ਬਾਅਦ ਵੇਟ ਜਿਹੜੀ ਆ ਹਿੱਲਣੀ ਸ਼ੁਰੂ ਹੋ ਗਈ ਸੀ, ਅਤੇ 7 ਮਿੰਟ ਵੇਟ ਹਿੱਲੀ ਆ, ਅਤੇ ਉਸ ਤੋਂ ਬਾਅਦ ਮੈਂ ਨਾ ਬੰਦ ਕਰ ਦਿੱਤਾ, ਅਤੇ ਗੋਸ਼ਤ ਆਪਣਾ ਗਲ ਗਿਆ ਵਾ। ਹੁਣ ਇਹਦੇ ਵਿੱਚ ਆਪਾਂ 2 ਕੱਪ ਅੱਛੇ ਤਰੀਕੇ ਨਾਲ ਫੈਂਟਿਆ ਹੋਇਆ ਦਹੀਂ ਸ਼ਾਮਿਲ ਕਰਾਂਗੇ। ਅਤੇ ਫਲੇਮ ਜਿਹੜਾ ਵਾ ਬਿਲਕੁਲ ਉਹ ਦਮ ਵਾਲਾ ਕਰ ਦਿੱਤਾ ਸੀਗਾ ਮੈਂ। ਤੁਸੀਂ ਚਾਹੋ ਤਾਂ ਫਲੇਮ ਨੂੰ ਬੰਦ ਵੀ ਕਰ ਸਕਦੇ ਹੋ, ਕਿਉਂਕਿ ਤੇਜ਼ ਫਲੇਮ 'ਤੇ ਜਦੋਂ ਦਹੀਂ ਸ਼ਾਮਿਲ ਕੀਤਾ ਜਾਂਦਾ ਵਾ ਤਾਂ ਦਹੀਂ ਫਟ ਜਾਂਦਾ ਵਾ, ਅਤੇ ਉਹ ਫਿਰ ਜਿਹੜਾ ਨਾ ਫੁੱਟੀਆਂ ਦੇ ਨਾਲ ਨਾ ਟੈਕਸਚਰ ਅੱਛਾ ਨਹੀਂ ਆਉਂਦਾ, ਅੱਛੀਆਂ ਨਹੀਂ ਲੱਗਦੀਆਂ ਉਸ ਤਰ੍ਹਾਂ ਹੀ, ਫਿਰ ਉਹ ਘੁਲਦੀਆਂ ਵੀ ਨਹੀਂ ਗੀਆਂ। ਅਤੇ ਇਸ ਲਈ ਬਿਲਕੁਲ ਆਹਿਸਤਾ ਫਲੇਮ ਤੁਸੀਂ ਕਰਕੇ ਜਾਂ ਫਲੇਮ ਬੰਦ ਕਰਕੇ ਅਤੇ ਫਿਰ ਦਹੀਂ ਸ਼ਾਮਿਲ ਕਰਿਆ ਕਰੋ, ਜਿਹੜੀ ਵੀ ਚੀਜ਼ ਦੇ ਵਿੱਚ ਸ਼ਾਮਿਲ ਕਰਨਾ ਵਾ। ਅਤੇ ਭੁਨਾਈ ਕਰਾਂਗੇ ਅੱਛੇ ਤਰੀਕੇ ਦੇ ਨਾਲ। ਮੇਰੇ ਬਾਕੀ ਦੇ ਚੈਨਲ ਦਾ ਵਿਜ਼ਿਟ ਕਰੋ। ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤਾਂ ਜ਼ਰੂਰ ਉਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ ਆਪਣੇ ਫੈਮਿਲੀ ਅਤੇ ਫਰੈਂਡਸ ਦੇ ਵਿੱਚ। ਅਤੇ ਚੈਨਲ 'ਤੇ ਪਹਿਲੀ ਵਾਰੀ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਜੇ। ਮਜ਼ੀਦ ਅਪਡੇਟਸ ਵਾਸਤੇ ਚੈਨਲ ਨੂੰ ਜਿਹੜਾ ਵਾ ਤੁਸੀਂ ਸਬਸਕ੍ਰਾਈਬ ਕਰਦੇ ਹੋਏ ਬੈਲ ਆਈਕਨ ਜ਼ਰੂਰ ਪ੍ਰੈਸ ਕਰੇ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਦਹੀਂ ਦਾ ਪਾਣੀ ਆਪਾਂ ਖੁਸ਼ਕ ਕਰਾਂਗੇ, ਅਤੇ ਹੁਣ ਇਹ ਚੀਜ਼ਾਂ ਜਿਹੜੀਆਂ ਵਾ ਆਪਾਂ ਸ਼ਾਮਿਲ ਕਰਨੀਆਂ ਵਾ। ਦਹੀਂ ਦਾ ਪਾਣੀ ਜਦੋਂ ਖੁਸ਼ਕ ਹੋ ਗਿਆ ਤਾਂ ਫਲੇਮ ਮੈਂ ਤੇਜ਼ ਕਰ ਲਿਆ ਸੀ। ਇਹ ਫੁੱਲ ਫਲੇਮ 'ਤੇ ਤੁਸੀਂ ਇਹ 2-3 ਚੀਜ਼ਾਂ 'ਚ ਸ਼ਾਮਿਲ ਕਰਨੀਆਂ ਵਾ। ਕਿਉਂ ਫੁੱਲ ਫਲੇਮ ਰੱਖਣਾ ਹੈ ਮੈਂ ਤੁਹਾਨੂੰ ਦੱਸਦੀ ਹਾਂ। ਸਭ ਤੋਂ ਪਹਿਲੇ ਮੈਂ ਮੇਥੀ ਸ਼ਾਮਿਲ ਕੀਤੀ ਹੈ, ਇਹ ਵੀ ਤੁਸੀਂ ਟੇਸਟ ਦੇ ਅਕੋਰਡਿੰਗ ਸ਼ਾਮਿਲ ਕਰ ਲੈਣੀ ਆ। ਉਸ ਤੋਂ ਬਾਅਦ ਗਰਮ ਮਸਾਲਾ ਸ਼ਾਮਿਲ ਕੀਤਾ ਹੈ, ਅਤੇ ਇਹ ਫਰੈਸ਼ ਕੁੱਟੀ ਹੋਈ ਕਾਲੀ ਮਿਰਚ ਆ। ਤੁਹਾਨੂੰ ਮੇਰਾ ਖਿਆਲ ਹਵਨ ਦਸਤੇ 'ਚ ਨਜ਼ਰ ਨਹੀਂ ਆਈ, ਤਾਂ ਇਹ ਦੇਖੋ ਤਕਰੀਬਨ ਅੱਧਾ ਕੁ ਚਮਚ ਆ। ਅਤੇ ਇਹ ਸਾਰੀਆਂ ਚੀਜ਼ਾਂ ਫੁੱਲ ਫਲੇਮ 'ਤੇ ਹੀ ਸ਼ਾਮਿਲ ਕਰੀਆਂ, ਕਿਉਂਕਿ ਕਾਲੀ ਮਿਰਚ ਜੇ ਤੁਸੀਂ ਸਲੋ ਫਲੇਮ 'ਤੇ ਸ਼ਾਮਿਲ ਕਰੋਗੇ ਅਤੇ ਉਹਦੇ ਨਾਲ ਕੀ ਹੋਏਗਾ, ਤੁਹਾਡੇ ਜਿਹੜੀ ਵੀ ਰੈਸਪੀ ਤੁਸੀਂ ਬਣਾ ਰਹੇ ਹੋ ਅਤੇ ਪਹਿਲੇ ਜੇ ਕਾਲੀ ਮਿਰਚ ਸ਼ਾਮਿਲ ਕਰ ਦਿਓ ਫਿਰ ਵੀ, ਅਤੇ ਇਸ ਤਰ੍ਹਾਂ ਫੁੱਲ ਆਹਿਸਤਾ ਫਲੇਮ 'ਤੇ ਰੱਖਿਆ, ਉਹਦਾ ਜਿਹੜਾ ਰੰਗ ਆ ਉਹ ਕਾਲਾ ਹੋ ਜਾਏਗਾ। ਇਸ ਲਈ ਬਿਲਕੁਲ ਲਾਸਟ 'ਤੇ ਤੁਸੀਂ ਫੁੱਲ ਫਲੇਮ 'ਤੇ ਤਿੰਨੇ ਚੀਜ਼ਾਂ ਸ਼ਾਮਿਲ ਕਰਕੇ, ਅਤੇ ਫਿਰ ਫਲੇਮ ਨੂੰ ਜਿਹੜਾ ਵਾ 1-2 ਮਿੰਟ ਵਾਸਤੇ ਇਹਨੂੰ ਤੁਸੀਂ ਆਪਣੀ ਕੜਾਹੀ ਨੂੰ ਭੁੰਨਣਾ ਵਾ, ਅਤੇ ਭੁੰਨਣ ਤੋਂ ਬਾਅਦ ਤੁਸੀਂ ਫਲੇਮ ਬੰਦ ਕਰ ਦੇਣਾ ਵਾ। ਅਤੇ ਹੁਣ ਤੁਹਾਨੂੰ ਚੈੱਕ ਕਰਵਾਉਂਦੇ ਹਾਂ ਇਹਦੀ ਫਾਈਨਲ ਲੁੱਕ। ਹੈ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਬੀਫ ਕੜਾਹੀ ਆਪਣੀ ਤਿਆਰ ਹੋ ਗਈ ਆ। ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਜੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ। ਆ ਦੇਖੋ ਮਾਸ਼ਾਅੱਲਾ, ਕੁਛ ਲੋਕਾਂ ਨੂੰ ਕੜਾਹੀ ਦੇ ਵਿੱਚ ਵੀ ਥੋੜ੍ਹੀ ਜਿਹੀ ਗ੍ਰੇਵੀ ਜੀ ਪਸੰਦ ਹੁੰਦੀ ਹੈ, ਕਿ ਥੋੜ੍ਹੀ ਜ਼ਿਆਦਾ ਗ੍ਰੇਵੀ ਹੋਵੇ, ਅਤੇ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਐਡਜਸਟ ਵੀ ਕਰ ਸਕਦੇ ਹੋ। ਲੇਕਿਨ ਮੈਂ ਸਿਰਫ ਇੱਥੇ ਹੀ ਇਹਨੂੰ ਫਾਈਨਲ ਕਰ ਦਿਆਂਗੀ। ਅਤੇ ਇਹਦੇ ਵਿੱਚ ਸ਼ਾਮਿਲ ਕਰਾਂਗੇ ਸਬਜ਼ ਮਿਰਚਾਂ, ਸਾਬਤ ਹੀ ਇਸ ਤਰ੍ਹਾਂ ਕੱਟੀਆਂ ਹੋਈਆਂ, ਦਰਮਿਆਨ 'ਚ ਉਹਨਾਂ ਨੂੰ ਕੱਟ ਲਾ ਕੇ, ਅਤੇ ਇਹਨੂੰ ਤੁਸੀਂ ਜਿਹੜਾ ਵਾ ਲਿਡ ਲਾ ਦਿਓ 1-2 ਮਿੰਟ ਵਾਸਤੇ, ਤਾਂ ਕਿ ਅੱਛੇ ਤਰੀਕੇ ਦੇ ਨਾਲ ਇਹਨਾਂ ਦਾ ਟੇਸਟ ਜਿਹੜਾ ਵਾ ਉਹ ਵੀ ਕੜਾਹੀ ਦੇ ਵਿੱਚ ਜ਼ਬਰਦਸਤ ਜਿਹਾ ਆ ਜਾਵੇ। ਰੈਸਪੀ ਚੰਗੀ ਲੱਗੇ ਤਾਂ ਜ਼ਰੂਰ ਇਹਨੂੰ ਲਾਈਕ ਕਰਿਆ ਜੇ, ਜ਼ਰੂਰ ਇਹਨੂੰ ਟਰਾਈ ਜ਼ਰੂਰ ਕਰਿਆ ਜੇ, ਅਤੇ ਮੈਨੂੰ ਦੱਸਿਆ ਜੇ ਕਿ ਤੁਹਾਡੀ ਰੈਸਪੀ ਕਿਸ ਤਰ੍ਹਾਂ ਦੀ ਬਣੀ। ਅਤੇ ਇਹ ਫਾਈਨਲ ਲੁੱਕ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਹੁਣ ਤੱਕ ਲਈ ਅੱਲਾ ਹਾਫਿਜ਼।